ਸਿਮਰਨ ਨੂੰ ਪੜ੍ਹਾਈ ਕੀਤੀ ਨੂੰ 1.5 ਸਾਲ ਦੇ ਕਰੀਬ ਹੋ ਗਿਆ ਸੀ। ਜੌਬ ਲਈ ਕਈ ਜਗ੍ਹਾ ਅਪਲਾਈ ਕੀਤਾ ਪਰ ਕਿਤੇ ਗੱਲ ਨਾ ਬਣਦੀ। ਘਰ ਰਹਿ ਕੇ ਸਿਮਰਨ ਤੰਗ ਆ ਗਈ ਸੀ। ਇੱਕ ਦਿਨ ਉਹਦੀ ਇੱਕ ਸਹੇਲੀ ਨੇ ਦੱਸਿਆ ਕਿ ਕਾਲਜ 'ਚ ਲੈਕਚਰਾਰ ਦੀਆਂ ਵੈਕੈਂਸੀਆਂ ਖੁੱਲੀਆਂ ਨੇ, ਤੂੰ ਵੀ ਉੱਥੇ ਅਪਲਾਈ ਕਰਕੇ ਵੇਖ ਲੈ ਕਿ ਸ਼ਾਇਦ ਗੱਲ ਬਣ ਜਾਵੇ। ਸਿਮਰਨ ਨੂੰ ਟੀਚਰ ਦੀ ਜੌਬ ਪਸੰਦ ਨਹੀਂ ਸੀ। ਉਹਨੇ ਮਨਾ ਕਰ ਦਿੱਤਾ ਕਿ ਮੈਂ ਟੀਚਰ ਨਹੀਂ ਬਣਨਾ, ਮਸਾਂ ਤਾਂ ਪੜ੍ਹਾਈ ਤੋਂ ਪਿੱਛਾ ਛੁੱਟਿਆ, ਹੁਣ ਫਿਰ ਉਹੀ ਕਿਤਾਬਾਂ 'ਚ ਵੜ ਜਾਵਾਂ। ਫਿਰ ਉਹਨੇ ਇੱਕ ਦੋ ਜਗ੍ਹਾ CV ਦਿੱਤਾ। ਸਾਰੇ CV ਲੈ ਕੇ ਰੱਖ ਲੈਂਦੇ ਪਰ ਕਾਲ ਕੋਈ ਨਾ ਕਰਦਾ। ਇੱਕ ਦਿਨ ਆਪਣੀ ਮੰਮੀ ਨੂੰ ਕਹਿੰਦੀ, ਮੰਮੀ ਮੈਨੂੰ ਕੈਨੇਡਾ ਭੇਜ ਦਿਓ, ਮੈਂ ਨਹੀਂ ਰਹਿਣਾ ਇੱਥੇ, ਮੇਰਾ ਦਿਲ ਨਹੀਂ ਲੱਗਦਾ, ਨਾ ਮੈਨੂੰ ਕੋਈ ਨੌਕਰੀ ਮਿਲਦੀ ਆ। ਉਹਦੀ ਮੰਮੀ ਨੇ ਸਮਝਾਇਆ ਕਿ ਪੁੱਤ ਤੂੰ ਇੱਥੇ ਹੀ ਰਹਿ, ਤੈਨੂੰ ਨੌਕਰੀ ਦੀ ਕੀ ਲੋੜ ਆ, ਰੱਬ ਦਾ ਦਿੱਤਾ ਸਾਰਾ ਕੁਝ ਤਾਂ ਆਪਣੇ ਕੋਲ ਹੈਗਾ ਆ। ਅਸਲ 'ਚ ਸਿਮਰਨ ਦੇ ਘਰ ਦੇ ਸਿਮਰਨ ਨੂੰ ਕੈਨੇਡਾ ਭੇਜਣਾ ਨਹੀਂ ਚਾਹੁੰਦੇ ਸੀ ਤੇ ਨਾ ਹੀ ਚਾਹੁੰਦੇ ਸਨ ਕਿ ਸਿਮਰਨ ਕੋਈ ਕੰਮ ਕਰੇ। ਸਿਮਰਨ ਨੇ ਸੋਚਿਆ ਘਰ ਵਿਹਲੇ ਰਹਿ ਕੇ ਵੀ ਕੀ ਕਰਨਾ ਆ, ਚਲੋ ਕਾਲਜ 'ਚ ਜੌਬ ਦਾ ਪਤਾ ਕਰ ਲੈਂਦੀ ਹਾਂ, ਉੱਦਾਂ ਵੀ ਇੰਨੀ ਕਿਸਮਤ ਕਿੱਥੇ ਕਿ ਜੌਬ ਮਿਲ ਜਾਵੇ। ਉਹ ਆਪਣੀ ਸਹੇਲੀ ਨੂੰ ਨਾਲ ਲੈ ਕੇ ਕਾਲਜ ਚਲੇ ਗਈ। ਫਾਰਮ ਭਰ ਕੇ ਆਪਣੇ ਡਾਕੂਮੈਂਟ ਦੇ ਦਿੱਤੇ ਤਾਂ ਕਾਲਜ ਵਾਲਿਆਂ ਨੇ ਕਿਹਾ ਕਿ ਹਫ਼ਤੇ ਦੇ ਅੰਦਰ ਅੰਦਰ ਇੰਟਰਵਿਊ ਲਈ ਕਾਲ ਕਰਨਗੇ। 2 ਦਿਨ ਬਾਅਦ ਹੀ ਕਾਲਜ ਤੋਂ ਇੰਟਰਵਿਊ ਲਈ ਫੋਨ ਆ ਗਿਆ ਤੇ ਸਿਮਰਨ ਨੇ ਇੰਟਰਵਿਊ ਪਾਸ ਕਰ ਲਈ ਤੇ ਉਹਨੂੰ ਜੌਬ ਮਿਲ ਗਈ। ਹਫ਼ਤੇ ਬਾਅਦ ਜੁਆਇਨਿੰਗ ਹੋ ਗਈ। ਸਿਮਰਨ ਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਹਜੇ ਉਹਨੂੰ 2 ਲੈਕਚਰਾਰ ਹੀ ਦਿੱਤੇ ਗਏ, ਬਾਕੀ ਤਾਂ ਉਹ ਕਾਲਜ ਦਾ ਦਫ਼ਤਰੀ ਕੰਮ ਕਰਦੀ ਸੀ। ਪਹਿਲਾਂ ਤਾਂ ਸਿਮਰਨ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਲੱਗਦਾ ਸੀ ਕਿਉਂਕਿ ਉਹ ਆਪ ਵੀ ਵੇਖਣ ਨੂੰ ਬੱਚੀ ਜਿਹੀ ਲੱਗਦੀ ਸੀ। ਅਕਸਰ ਜਦੋਂ ਕਾਲਜਾਂ 'ਚ ਨਵੇਂ ਟੀਚਰ ਆ ਜਾਂਦੇ ਤਾਂ ਬੱਚੇ ਕਮੈਂਟ ਕਰਦੇ ਰਹਿੰਦੇ ਆ। ਸੇਮ ਸਿਮਰਨ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਹੌਲੀ ਕਰਕੇ ਸਿਮਰਨ ਨੂੰ ਆਦਤ ਪੈ ਗਈ ਤੇ ਉਹਨੇ ਰੈਗੂਲਰ ਕਾਲਜ ਸ਼ੁਰੂ ਕਰ ਦਿੱਤਾ ਤੇ ਸਟਾਫ ਮੈਂਬਰ ਨਾਲ ਵੀ ਵਧੀਆ ਬਣਨ ਲੱਗ ਗਈ। ਕਾਲਜ 'ਚ ਇੱਕ ਸੰਦੀਪ ਮੈਡਮ ਸੀ। ਉਹਨਾਂ ਦੀ ਉਮਰ ਤਾਂ 32-33 ਸਾਲ ਦੀ ਸੀ ਪਰ ਵੇਖਣ ਨੂੰ 26 ਕੁ ਸਾਲ ਦੇ ਲੱਗਦੇ ਸਨ। ਮੁੰਡੇ ਤਾਂ ਕੀ, ਕੁੜੀਆਂ ਵੀ ਸੰਦੀਪ ਮੈਡਮ ਦੀ ਲੁੱਕ ਦੀਆਂ ਦੀਵਾਨੀਆਂ ਸੀ। ਸੰਦੀਪ ਮੈਡਮ ਇੰਗਲਿਸ਼ ਪੜ੍ਹਾਉਂਦੇ ਸੀ ਤੇ ਸਾਰਿਆਂ ਨਾਲ ਬਹੁਤ ਹੀ ਪਿਆਰ ਨਾਲ ਰਹਿੰਦੇ ਸਨ। ਇੱਕ ਉਹਨਾਂ ਦੀ ਆਦਤ ਸੀ ਕਿ ਹਮੇਸ਼ਾ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ। ਸੰਦੀਪ ਮੈਡਮ ਸਿਮਰਨ ਦੀ ਚੰਗੀ ਦੋਸਤ ਬਣ ਗਈ। ਸਿਮਰਨ ਨੇ ਕਈ ਵਾਰ ਬਾਕੀ ਸਟਾਫ ਨੂੰ ਸੰਦੀਪ ਮੈਡਮ ਬਾਰੇ ਗੱਲਾਂ ਕਰਦੇ ਸੁਣਿਆ ਕਿ ਸੰਦੀਪ ਮੈਡਮ ਦਾ ਕਰੈਕਟਰ ਵਧੀਆ ਨਹੀਂ ਆ, ਕਿ ਉਹ ਆਪਣੇ ਬੇਟੇ ਨਾਲ ਇਕੱਲੇ ਰਹਿੰਦੇ ਆ। ਸਿਮਰਨ ਤੇ ਇਹ ਸਭ ਗੱਲਾਂ ਦਾ ਕੋਈ ਅਸਰ ਨਾ ਹੋਇਆ। ਸਿਮਰਨ ਤਾਂ ਸਗੋਂ ਮੈਡਮ ਦੀ ਇੱਜ਼ਤ ਕਰਦੀ ਸੀ ਕਿ ਸਿੰਗਲ ਮਦਰ ਹੋ ਕੇ ਆਪਣਾ ਬੱਚਾ ਸੰਭਾਲ ਰਹੇ ਆ। ਸਿਮਰਨ ਨੇ ਆਪਣੇ ਬਾਰੇ 'ਚ ਸਾਰਾ ਕੁਝ ਮੈਡਮ ਨੂੰ ਦੱਸਿਆ ਅਤੇ ਮੈਡਮ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਆਪਣੇ ਹਸਬੈਂਡ ਤੋਂ ਅਲੱਗ ਹੋਈ ਹਾਂ ਤੇ ਮੇਰਾ 2 ਸਾਲ ਦਾ ਬੇਟਾ ਆ, ਹੁਣ ਮੈਂ ਇਕੱਲੀ ਹੀ ਆਪਣੇ ਬੱਚੇ ਦੀ ਕੇਅਰ ਟੇਕ ਕਰਦੀ ਹਾਂ। ਸਿਮਰਨ ਮੈਡਮ ਦੇ ਅਲੱਗ ਹੋਣ ਦਾ ਕਾਰਨ ਤਾਂ ਪੁੱਛਣਾ ਚਾਹੁੰਦੀ ਸੀ ਪਰ ਉਹਨੇ ਝੱਕਦੀ ਨੇ ਨਾ ਪੁੱਛਿਆ। ਸਿਮਰਨ ਨੇ ਵੇਖਿਆ ਕਿ ਸੰਦੀਪ ਮੈਡਮ ਕਦੇ ਵੀ ਗੁੱਸੇ ਨਹੀਂ ਹੁੰਦੇ ਸੀ, ਹਮੇਸ਼ਾ ਹੱਸਦੇ ਹੀ ਰਹਿੰਦੇ ਸੀ। ਅਗਰ ਕਦੇ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਲੋੜ ਹੁੰਦੀ ਸੀ ਤਾਂ ਅਕਸਰ ਉਸ ਦਾ ਸਾਥ ਦਿੰਦੇ ਸੀ। ਸੰਦੀਪ ਮੈਡਮ ਸਲਵਾਰ ਸੂਟ ਬਹੁਤ ਘੱਟ ਪਾਉਂਦੇ ਸੀ। ਉਹਨਾਂ ਨੇ ਹਮੇਸ਼ਾ ਲੈਗੀ ਸੂਟ ਜਾਂ ਪੈਂਟ ਟੌਪ ਹੀ ਪਾਇਆ ਹੁੰਦਾ ਸੀ ਤੇ ਸਟੈਪ ਕਟਿੰਗ ਕਰਵਾ ਕੇ ਰੱਖਦੇ ਸਨ। ਸਿਮਰਨ ਸੋਚਦੀ ਰਹਿੰਦੀ ਸੀ ਕਿ ਸੰਦੀਪ ਮੈਡਮ ਦੀ ਜ਼ਿੰਦਗੀ ਬਹੁਤ ਹੀ ਵਧੀਆ ਆ, ਨਾ ਸੱਸ ਸਹੁਰੇ ਦੀ ਫਿਕਰ, ਨਾ ਘਰ ਵਾਲੇ ਦੀ ਟੈਨਸ਼ਨ, ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆਓ ਜਾਓ, ਮਰਜ਼ੀ ਦੇ ਕੱਪੜੇ ਪਾਓ, ਜਿਹਨੂੰ ਦਿਲ ਕਰੇ ਬੁਲਾਓ। ਇੱਕ ਵਾਰ ਸਿਮਰਨ ਨੇ ਸੰਦੀਪ ਨੂੰ ਕਹਿ ਦਿੱਤਾ, ਮੈਂ ਤਾਂ ਚਾਹੁੰਦੀ ਹਾਂ ਕਿ ਮੇਰੀ ਜ਼ਿੰਦਗੀ ਵੀ ਤੁਹਾਡੇ ਵਰਗੀ ਹੋਵੇ, ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਇੰਸਪਾਇਰ ਹਾਂ। ਸੰਦੀਪ ਨੇ ਅੱਗਿਓਂ ਕਿਹਾ, ਨਾ ਸਿਮਰਨ ਇੱਦਾਂ ਨਾ ਬੋਲ, ਮੇਰੀ ਜ਼ਿੰਦਗੀ ਵਰਗੀ ਜ਼ਿੰਦਗੀ ਰੱਬ ਤਾਂ ਕਿਸੇ ਨੂੰ ਵੀ ਨਾ ਦੇਵੇ। ਸਿਮਰਨ ਨੂੰ ਮੈਡਮ ਦੀ ਗੱਲ ਬੜੀ ਅਜੀਬ ਲੱਗੀ। ਉਹਨੇ ਅੱਗੇ ਕੁਝ ਨਾ ਪੁੱਛਿਆ। ਸਿਮਰਨ ਨੂੰ ਜਦੋਂ ਪਹਿਲੀ ਸੈਲਰੀ ਮਿਲੀ ਤਾਂ ਸਿਮਰਨ ਨੇ ਸਾਰੇ ਸਟਾਫ ਨੂੰ ਪਾਰਟੀ ਦਿੱਤੀ ਅਤੇ ਸੰਦੀਪ ਮੈਡਮ ਨੂੰ ਸਪੈਸ਼ਲ ਆਪਣੇ ਘਰ ਖਾਣੇ ਤੇ ਬੁਲਾਇਆ। ਸਿਮਰਨ ਦੀ ਫੈਮਿਲੀ ਨੇ ਸੰਦੀਪ ਮੈਡਮ ਨੂੰ ਮਿਲ ਕੇ ਬਹੁਤ ਹੀ ਆਪਣਾਪਨ ਮਹਿਸੂਸ ਕੀਤਾ। ਇੱਕ ਦਿਨ ਦੁਬਾਰਾ ਸਿਮਰਨ ਨੇ ਡਰਦੀ ਨੇ ਮੈਡਮ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਪੁੱਛ ਲਿਆ ਕਿ ਉਹ ਆਪਣੇ ਹਸਬੈਂਡ ਤੋਂ ਅਲੱਗ ਕਿਵੇਂ ਹੋਏ, ਹਜੇ ਤਾਂ ਉਮਰ ਵੀ ਇੰਨੀ ਘੱਟ ਆ, ਸਾਰੀ ਜ਼ਿੰਦਗੀ ਇਕੱਲੇ ਕਿਵੇਂ ਗੁਜ਼ਾਰਾ ਕਰਨਗੇ। ਮੈਡਮ ਨੇ ਪਹਿਲਾਂ ਤਾਂ ਗੱਲ ਨੂੰ ਇਗਨੋਰ ਕਰ ਦਿੱਤਾ ਪਰ ਸਿਮਰਨ ਦੇ ਜ਼ੋਰ ਪਾਉਣ ਤੇ ਦੱਸਿਆ ਕਿ ਅੱਜ ਨਹੀਂ ਕੱਲ ਨੂੰ ਤੈਨੂੰ ਆਪਣੀ ਸਾਰੀ ਕਹਾਣੀ ਸੁਣਾ ਦੇਵਾਂਗੀ। ਦੂਜੇ ਦਿਨ ਸਿਮਰਨ ਬੜੀ ਉਤਸੁਕਤਾ ਨਾਲ ਕਾਲਜ ਗਈ ਤਾਂ ਜਾ ਕੇ ਵੇਖਿਆ ਕਿ ਮੈਡਮ ਤਾਂ ਕਾਲਜ ਆਏ ਹੀ ਨਹੀਂ ਸਨ। ਉਹ ਬਹੁਤ ਪਰੇਸ਼ਾਨ ਹੋ ਗਈ। ਸਿਮਰਨ ਨੇ ਸੰਦੀਪ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਕਿਹਾ, ਕੀ ਗੱਲ
ਕਿ ਕੱਲ ਰਾਤ ਮੇਰੀ ਸੱਸ ਦਾ ਇੰਤਕਾਲ ਹੋ ਗਿਆ। ਮੈਂ ਉੱਥੇ ਗਈ ਹੋਈ ਹਾਂ ਤੇ ਹੁਣ ਕਾਲਜ 3 ਦਿਨ ਬਾਅਦ ਹੀ ਆਵਾਂਗੀ। ਸੰਦੀਪ ਮੈਡਮ ਬਿਨਾਂ ਸਿਮਰਨ ਦਾ ਕਾਲਜ 'ਚ ਦਿਲ ਨਹੀਂ ਲੱਗਦਾ ਸੀ। ਰੋਜ਼ ਫੋਨ ਕਰਕੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਲੈਂਦੀਆਂ ਸੀ। 3 ਦਿਨ ਬਾਅਦ ਮੈਡਮ ਨੇ ਦੁਬਾਰਾ ਕਾਲਜ ਆਉਣਾ ਸਟਾਰਟ ਕਰ ਦਿੱਤਾ। ਸਿਮਰਨ ਨੇ ਮੈਡਮ ਕੋਲ ਅਫਸੋਸ ਕੀਤਾ ਤੇ ਉਹਨਾਂ ਦੀ ਸੱਸ ਦੇ ਬਾਰੇ 'ਚ ਪੁੱਛਿਆ ਕਿ ਮੈਡਮ ਰਹਿੰਦੇ ਤਾਂ ਤੁਸੀਂ ਹਸਬੈਂਡ ਤੋਂ ਵੀ ਬਿਨਾਂ ਹੋ, ਫਿਰ ਸੱਸ ਦੀ ਡੈਥ ਤੇ ਕਿਵੇਂ ਚਲੇ ਗਏ। ਸੰਦੀਪ ਮੈਡਮ ਨੇ ਅੱਗਿਓਂ ਕਿਹਾ ਕਿ ਦਿਲਾ, ਇਹ ਬਹੁਤ ਲੰਬੀ ਕਹਾਣੀ ਆ। ਮੇਰੀ ਸੱਸ ਦੀ ਵਜ੍ਹਾ ਤੋਂ ਹੀ ਮੈਂ ਅਲੱਗ ਹੋਈ ਸੀ ਤੇ ਜੋ ਵੀ ਦਿਨ ਅੱਜ ਵੇਖ ਰਹੀ ਹਾਂ ਇਹ ਸਭ ਸੱਸ ਦੀ ਵਜ੍ਹਾ ਕਰਕੇ ਹੀ ਆ। ਸਿਮਰਨ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਮੈਨੂੰ ਵੀ ਦੱਸੋ ਨਾ ਕਿ ਸਭ ਕਿਵੇਂ ਹੋਇਆ ਸੀ। ਸੰਦੀਪ ਨੇ ਉਸ ਦਿਨ ਵੀ ਸਿਮਰਨ ਦੀ ਗੱਲ ਨੂੰ ਟਾਲ ਦਿੱਤਾ ਅਤੇ ਆਪਣੇ ਲੈਕਚਰ ਲਾਉਣ ਲਈ ਚਲੇ ਗਈਆਂ। ਸਿਮਰਨ ਨੂੰ ਸੰਦੀਪ ਮੈਡਮ ਬਾਰੇ ਕੁਝ ਵੀ ਸਮਝ ਨਹੀਂ ਆਉਂਦਾ ਸੀ ਕਿ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀਉ ਰਹੇ ਹਨ। ਹਰ ਵਕਤ ਤਾਂ ਖੁਸ਼ ਰਹਿੰਦੇ ਆ, ਜਦੋਂ ਵੀ ਉਹਨਾਂ ਦੇ ਅਤੀਤ ਦੀ ਗੱਲ ਕਰ ਲਵੋ ਉਸੇ ਵਕਤ ਚੁੱਪ ਹੋ ਜਾਂਦੇ ਅਤੇ ਗੱਲ ਟਾਲ ਮਟੋਲ ਕਰ ਦਿੰਦੇ ਆ। ਸਿਮਰਨ ਨੇ ਘਰ ਆ ਕੇ ਆਪਣੀ ਮੰਮੀ ਨਾਲ ਸੰਦੀਪ ਮੈਡਮ ਬਾਰੇ ਗੱਲ ਕਰੀ ਤਾਂ ਉਹਨਾਂ ਨੇ ਅੱਗਿਓਂ ਕਿਹਾ, ਪੁੱਤ, ਕਈ ਵਾਰ ਰੱਬ ਨੇ ਬੰਦੇ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਲਗਾਇਆ ਹੁੰਦਾ ਹੈ ਕਿ ਬੰਦਾ ਉਹਨਾਂ ਦਿਨਾਂ ਦਾ ਜ਼ਿਕਰ ਕਰਦੇ ਯਾਦ ਕਰਨ ਤੋਂ ਵੀ ਡਰਦਾ ਆ। ਹੋ ਸਕਦਾ ਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਵੀ ਇਸ ਤਰ੍ਹਾਂ ਦਾ ਭਾਣਾ ਵਾਪਰਿਆ ਹੋਵੇ ਜਿਸ ਬਾਰੇ ਉਹ ਜ਼ਿਕਰ ਨਾ ਕਰਨਾ ਚਾਹੁੰਦੇ ਹੋਣ। ਸੰਦੀਪ ਨੇ ਕਾਲਜ ਵਿੱਚ ਆਪਣੇ ਅਤੀਤ ਬਾਰੇ ਕਿਸੇ ਨਾਲ ਕਦੇ ਗੱਲ ਨਹੀਂ ਕੀਤੀ ਸੀ। ਅਸਲ 'ਚ ਉਹ ਸਮਝਦੀ ਸੀ ਕਿ ਮੇਰਾ ਅਤੀਤ ਇਸ ਤਰ੍ਹਾਂ ਦਾ ਹੈ ਹੀ ਨਹੀਂ ਕਿ ਮੈਂ ਕਿਸੇ ਨੂੰ ਆਪਣੇ ਬਾਰੇ ਦੱਸ ਸਕਾਂ, ਤੇ ਨਾ ਹੀ ਉਹ ਕਿਸੇ ਸ਼ਹਿਰ ਦੀ ਸੀ। ਉਹ ਤਾਂ ਕੋਈ 2 ਸਾਲ ਪਹਿਲਾਂ ਹੀ ਸ਼ਹਿਰ ਸ਼ਿਫਟ ਹੋਈ ਸੀ ਅਤੇ ਕਾਲਜ 'ਚ ਨੌਕਰੀ ਸ਼ੁਰੂ ਕੀਤੀ ਸੀ। ਜਦੋਂ ਸਿਮਰਨ ਕਾਲਜ ਪੜ੍ਹਾਉਣ ਲੱਗੀ ਤਾਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਸੰਦੀਪ ਕਿਸੇ ਲੜਕੇ ਨੂੰ ਪਸੰਦ ਕਰਦੀ ਸੀ, ਪਰ ਉਹ ਘਰ ਦੱਸਣ ਤੋਂ ਡਰਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਉਹਦੇ ਘਰਦਿਆਂ ਨੇ ਉਹਦੀ ਪਸੰਦ ਲਈ ਕਦੇ ਵੀ ਰਜ਼ਾਮੰਦ ਨਹੀਂ ਹੋਣਾ। ਸਿਮਰਨ ਕਾਲਜ 'ਚ ਬ੍ਰੇਕ ਟਾਈਮ ਥੋੜੀ ਉਦਾਸ ਜਿਹੀ ਬੈਠੀ ਸੀ। ਸੰਦੀਪ ਨੇ ਸਿਮਰਨ ਨੂੰ ਉਹਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਸਿਮਰਨ ਨੇ ਕੋਈ ਜਵਾਬ ਨਾ ਦਿੱਤਾ ਤੇ ਗੱਲ ਨੂੰ ਇਗਨੋਰ ਕਰ ਦਿੱਤਾ। ਸੰਦੀਪ ਨੇ ਦੁਬਾਰਾ ਪੁੱਛਿਆ ਤਾਂ ਸਿਮਰਨ ਨੇ ਕਿਹਾ, ਮੈਡਮ, ਤੁਸੀਂ ਮੈਨੂੰ ਆਪਣੇ ਅਤੀਤ ਬਾਰੇ ਕੁਝ ਨਹੀਂ ਦੱਸਦੇ, ਸੋ ਮੈਂ ਵੀ ਤੁਹਾਡੇ ਨਾਲ ਆਪਣੀ ਕੋਈ ਗੱਲ ਨਹੀਂ ਸ਼ੇਅਰ ਕਰਨੀ। ਸੰਦੀਪ ਬੋਲੀ, ਅੱਛਾ ਜੀ, ਚੱਲ ਅੱਜ ਪੁੱਛ ਕੀ ਪੁੱਛਣਾ ਤੂੰ ਮੇਰੇ ਬਾਰੇ। ਸਿਮਰਨ ਬੋਲੀ, ਤੁਸੀਂ ਕਿੱਥੇ ਦੇ ਹੋ, ਤੁਹਾਡੇ ਪੇਕੇ ਸਹੁਰੇ ਕਿੱਥੇ ਨੇ, ਤੁਸੀਂ ਆਪਣੇ ਹਸਬੈਂਡ ਤੋਂ ਅਲੱਗ ਕਿਵੇਂ ਹੋਏ। ਸੰਦੀਪ ਬੋਲੀ, ਖੜ ਜਾ, ਇੰਨੇ ਸਵਾਲ ਇੱਕੋ ਗੱਲ 'ਚ ਹੀ, ਇੰਨਾ ਤਾਂ ਮੈਂ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ। ਸਿਮਰਨ, ਮੈਨੂੰ ਤਾਂ ਭਾਈ ਦੱਸਣਾ ਹੀ ਪਵੇਗਾ। ਸੰਦੀਪ ਬੋਲੀ, ਅੱਛਾ ਸੁਣ ਫਿਰ, ਵੈਸੇ ਬਹੁਤ ਲੰਬੀ ਤੇ ਪੁਰਾਣੀ ਕਹਾਣੀ ਆ। ਤੂੰ ਇਦਾਂ ਕਰ, ਅੱਜ ਛੁੱਟੀ ਤੋਂ ਬਾਅਦ ਮੇਰੇ ਘਰ ਚੱਲ, ਉੱਦਾਂ ਵੀ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ, ਘਰ ਬਹਿ ਕੇ ਤਸੱਲੀ ਨਾਲ ਗੱਲ ਕਰਾਂਗੇ। ਸਿਮਰਨ ਖੁਸ਼ ਹੋ ਗਈ ਤੇ ਆਪਣੇ ਘਰ ਫੋਨ ਕਰਕੇ ਦੱਸ ਦਿੱਤਾ ਕਿ ਮੈਂ ਅੱਜ ਲੇਟ ਆਵਾਂਗੀ। ਸੰਦੀਪ ਦੇ ਘਰ ਜਾ ਕੇ ਦੋਵਾਂ ਜਾਣੀਆਂ ਨੇ ਰਲ ਕੇ ਖਾਣਾ ਬਣਾ ਕੇ ਖਾਧਾ ਤੇ ਕੇਕ ਕੱਟਿਆ ਤੇ ਜਨਮ ਦਿਨ ਮਨਾਇਆ। ਸੰਦੀਪ ਬੋਲੀ, ਸਿਮਰਨ, ਮੇਰਾ ਅਤੀਤ ਕੁਝ ਐਸਾ ਆ ਕਿ ਮੈਨੂੰ ਗੱਲ ਕਰਨ ਲੱਗੇ ਵੀ ਡਰ ਲੱਗਦਾ ਆ। ਮੇਰਾ ਬਚਪਨ ਬਹੁਤ ਹੀ ਦੁੱਖ ਤਕਲੀਫਾਂ 'ਚੋਂ ਨਿਕਲਿਆ ਹੋਇਆ ਆ। ਮੈਂ 12ਵੀਂ ਕਲਾਸ 'ਚ ਸੀ ਜਦੋਂ ਮੇਰੇ ਮੰਮੀ ਦੀ ਡੈਥ ਹੋ ਗਈ ਸੀ। ਮੇਰੇ ਪਾਪਾ ਦੀ ਲੁਧਿਆਣੇ ਕਿਤਾਬਾਂ ਦੀ ਦੁਕਾਨ ਸੀ। ਮੇਰੇ ਮੰਮੀ ਪਾਪਾ ਦੀ ਆਪਸ 'ਚ ਬਹੁਤ ਜ਼ਿਆਦਾ ਲੜਾਈ ਹੋਇਆ ਕਰਦੀ ਸੀ। ਅਸਲ 'ਚ ਮੇਰੇ ਪਾਪਾ ਮੰਮੀ ਨੂੰ ਪਸੰਦ ਨਹੀਂ ਕਰਦੇ ਸੀ ਕਿਉਂਕਿ ਮੰਮੀ ਬਹੁਤ ਮੋਟੇ ਸਨ। ਮੇਰੇ ਜਨਮ ਤੋਂ ਬਾਅਦ ਮੰਮੀ ਬਹੁਤ ਮੋਟੇ ਹੋ ਗਏ ਸੀ ਤੇ ਪਾਪਾ ਚਾਹੁੰਦੇ ਸਨ ਕਿ ਸਾਡੇ ਘਰ ਇੱਕ ਬੇਟਾ ਵੀ ਹੋਵੇ, ਪਰ ਮੰਮੀ ਦੀ ਸਿਹਤ ਕਰਕੇ ਡਾਕਟਰ ਨੇ ਪ੍ਰੈਗਨੈਂਸੀ ਲਈ ਮਨਾ ਕੀਤਾ ਹੋਇਆ ਸੀ। ਪਾਪਾ ਕਿਸੇ ਨਾ ਕਿਸੇ ਗੱਲ ਤੇ ਮੰਮੀ ਨਾਲ ਕਲੇਸ਼ ਪਾ ਕੇ ਰੱਖਦੇ ਸਨ। ਮੈਂ ਆਪਣੇ ਮੰਮੀ ਪਾਪਾ ਨੂੰ ਕਦੇ ਇਕੱਠੇ ਬੈਠੇ ਨਹੀਂ ਵੇਖਿਆ ਸੀ। ਪਾਪਾ ਮੰਮੀ ਦੀ ਬਿਲਕੁਲ ਵੀ ਕੇਅਰ ਨਹੀਂ ਕਰਦੇ ਸੀ ਤੇ ਨਾ ਹੀ ਪਾਪਾ ਦੇ ਦਿਲ 'ਚ ਮੰਮੀ ਲਈ ਕੋਈ ਇੱਜ਼ਤ ਸੀ, ਸਗੋਂ ਕਿ ਕਿਸੇ ਦੇ ਵੀ ਸਾਹਮਣੇ ਮੰਮੀ ਦੀ ਬੇਇੱਜ਼ਤੀ ਕਰ ਦਿੰਦੇ ਸੀ। ਇੱਥੋਂ ਤੱਕ ਕਿ ਕਿਸੇ ਦੇ ਵੀ ਸਾਹਮਣੇ ਮੰਮੀ ਨੂੰ ਕੁੱਟ ਦਿੰਦੇ ਸੀ। ਐਸੇ ਵੱਲੋਂ ਸਾਨੂੰ ਕੋਈ ਤੰਗੀ ਨਹੀਂ ਸੀ, ਪਰ ਪਾਪਾ ਦੇ ਇਸ ਤਰ੍ਹਾਂ ਦੇ ਵਿਹਾਰ ਕਰਕੇ ਚਾਚੇ ਤਾਏ ਜਾਂ ਨਾਨਕੇ ਕਦੇ ਸਾਡੇ ਘਰ ਨਹੀਂ ਆਉਂਦੇ ਸੀ। ਬਸ ਕਦੇ ਫੋਨ ਤੇ ਹਾਲ ਚਾਲ ਪੁੱਛ ਲਿਆ ਕਰਦੇ ਸੀ। ਜਦੋਂ ਮੈਂ 9ਵੀਂ ਕਲਾਸ 'ਚ ਹੋਈ ਤਾਂ ਮੇਰੇ ਮੰਮੀ ਨੇ ਮੈਨੂੰ ਚੰਡੀਗੜ੍ਹ ਸਕੂਲ 'ਚ ਲਗਾ ਦਿੱਤਾ ਤੇ ਮੈਨੂੰ ਉੱਥੇ ਹੀ ਹੋਸਟਲ ਵਿੱਚ ਛੱਡ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਜੀਉ ਰਹੀ ਹਾਂ ਉੱਦਾਂ ਦੀ ਜ਼ਿੰਦਗੀ ਮੇਰੀ ਬੇਟੀ ਵੀ ਵੇਖੇ। ਮੈਂ ਉਹਨਾਂ ਨੂੰ ਬਹੁਤ ਕਿਹਾ ਕਿ ਮੈਂ ਹੋਸਟਲ ਨਹੀਂ ਰਹਿਣਾ, ਮੈਨੂੰ ਆਪਣੇ ਕੋਲੋਂ ਦੂਰ ਨਾ ਕਰੋ, ਪਰ ਉਹਨਾਂ ਨੇ ਮੇਰੀ ਇੱਕ ਗੱਲ ਨਾ ਸੁਣੀ। ਮੈਂ ਦਿਲ ਤੇ ਪੱਥਰ ਰੱਖ ਕੇ ਹੋਸਟਲ ਰਹਿਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਵੀ ਆਪਣੀ ਮੰਮੀ ਨੂੰ ਫੋਨ ਕਰਦੀ ਤਾਂ ਉਹ ਹਮੇਸ਼ਾ ਮੇਰੇ ਨਾਲ ਹੱਸ ਕੇ ਗੱਲ ਕਰਦੇ, ਕਦੇ ਵੀ ਮੈਨੂੰ ਆਪਣੀਆਂ ਦੁੱਖ ਤਕਲੀਫਾਂ ਨਹੀਂ ਦੱਸਦੇ ਸੀ। ਮੇਰੀ ਮੰਮੀ ਮੈਨੂੰ ਅਕਸਰ ਕਹਿੰਦੇ ਰਹਿੰਦੇ ਸੀ ਕਿ ਸੰਦੀਪ, ਤੂੰ ਜਲਦੀ 12 ਕਰ ਲੈ, ਫਿਰ ਮੈਂ ਤੈਨੂੰ ਵਿਆਹ ਦੇਣਾ। ਤੇਰੇ ਪਿਓ ਦਾ ਕੀ ਪਤਾ ਉਦੋਂ ਮੇਰਾ ਸੁੱਤੀ ਪਈ ਦਾ ਗਲਾ ਘੁੱਟ ਦੇਵੇ। ਮੈਂ ਮੰਮੀ ਨੂੰ ਸਮਝਾਉਣਾ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ,
ਇੱਕ ਵਾਰ ਮੈਂ ਛੁੱਟੀਆਂ 'ਚ ਘਰ ਆਈ ਹੋਈ ਸੀ। ਮੈਂ ਆਪਣੀ ਮੰਮੀ ਨੂੰ ਪਾਪਾ ਅੱਗੇ ਹੱਥ ਜੋੜ ਕੇ ਖੜੇ ਹੋਏ ਵੇਖਿਆ। ਉਹ ਪਾਪਾ ਨੂੰ ਕਹਿ ਰਹੇ ਸੀ ਕਿ ਸੰਦੀਪ ਘਰ ਆਈ ਹੋਈ ਆ, ਥੋੜੇ ਦਿਨ ਉਹਦੇ ਅੱਗੇ ਵਧੀਆ ਰਹਿ ਲਵੋ, ਨਹੀਂ ਤਾਂ ਮੇਰੀ ਬੇਟੀ ਫਿਰ ਤੋਂ ਉਹੀ ਟੁੱਟਿਆ ਦਿਲ ਲੈ ਕੇ ਵਾਪਸ ਜਾਵੇਗੀ। ਪਾਪਾ ਨੇ ਮੰਮੀ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਮੈਂ ਜਦੋਂ ਵੀ ਛੁੱਟੀਆਂ 'ਚ ਘਰ ਆਉਂਦੀ, ਮੇਰੇ ਮੋਹਰੇ ਪਾਪਾ ਨੇ ਕਲੇਸ਼ ਬੰਦ ਕਰ ਦਿੱਤਾ ਤੇ ਮੰਮੀ ਮੈਨੂੰ ਕਹਿੰਦੇ ਕਿ ਹੁਣ ਤੇਰੇ ਪਾਪਾ ਮੇਰੇ ਨਾਲ ਠੀਕ ਰਹਿੰਦੇ ਨੇ, ਸਾਡੇ 'ਚ ਹੁਣ ਬਹੁਤ ਪਿਆਰ ਹੈ। ਪਰ ਮੰਮੀ ਦੀ ਹਾਲਤ ਵੇਖ ਕੇ ਮੈਂ ਸਭ ਸਮਝ ਜਾਂਦੀ ਸੀ। ਸਾਡੇ ਘਰ ਇੱਕ ਆਂਟੀ ਕੰਮ ਕਰਦੇ ਸੀ। ਮੈਂ ਘਰ ਦੀ ਖਬਰਸਾਰ ਉਹਨਾਂ ਕੋਲੋਂ ਫੋਨ ਤੋਂ ਪੁੱਛ ਲੈਂਦੀ। ਇੱਕ ਦਿਨ ਆਂਟੀ ਨੇ ਮੈਨੂੰ ਦੱਸਿਆ ਕਿ ਮੈਂ ਦੂਜੇ ਕਮਰੇ 'ਚ ਸਫਾਈ ਕਰ ਰਹੀ ਸੀ। ਤੇਰੇ ਪਾਪਾ ਤੇਰੀ ਮੰਮੀ ਨਾਲ ਲੜ ਰਹੇ ਸੀ ਤੇ ਕਹਿ ਰਹੇ ਸੀ ਕਿ ਤੂੰ ਹੁਣ ਕਿਸੇ ਕੰਮ ਦੀ ਨਹੀਂ ਰਹੀ, ਮੇਰੇ ਲਈ ਤਾਂ ਤੂੰ ਇੱਕ ਬੋਝ ਹੀ ਹੈ। ਮੈਂ ਹੁਣ ਨਵਾਂ ਵਿਆਹ ਕਰਵਾ ਲੈਣਾ ਤੇ ਤੈਨੂੰ ਛੱਡ ਦੇਣਾ। ਮੇਰੀ ਮੰਮੀ ਰੋ ਰੋ ਕੇ ਉਹਨਾਂ ਦੀਆਂ ਮਿੰਨਤਾਂ ਕਰ ਰਹੇ ਸੀ, ਇਸ ਤਰ੍ਹਾਂ ਨਾ ਕਰੋ, ਮੇਰੀ ਤੇ ਧੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਆ। ਇਸੇ ਗੱਲ ਤੇ ਮੇਰੇ ਪਾਪਾ ਮੇਰੀ ਮੰਮੀ ਨੂੰ ਝਾੜੂਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਉੱਥੇ ਛੁਡਾਉਣ ਗਈ ਤਾਂ ਮੈਨੂੰ ਝਿੜਕੇ ਮਾਰ ਕੇ ਭਜਾ ਦਿੱਤਾ। ਇਸ ਸਭ ਮੈਂ ਆਪਣੇ ਕੰਨੀ ਵੀ ਕਈ ਵਾਰ ਸੁਣਿਆ ਸੀ ਤੇ ਕਈ ਵਾਰ ਅੱਖੀਂ ਵੀ ਵੇਖਿਆ ਸੀ। ਇਹ ਸਭ ਸੁਣ ਕੇ ਮੇਰਾ ਦਿਲ ਤਾਂ ਕਰਦਾ ਸੀ ਕਿ ਆਪਣੇ ਪਿਓ ਦਾ ਕਤਲ ਹੀ ਕਰ ਦੇਵਾਂ। ਮੈਨੂੰ ਉਹਨਾਂ ਕੋਲੋਂ ਬਹੁਤ ਡਰ ਲੱਗਿਆ ਕਰਦਾ ਸੀ, ਇੱਥੋਂ ਤੱਕ ਕਿ ਮੈਨੂੰ ਉਹਨਾਂ ਨਾਲ ਨਫ਼ਰਤ ਹੋ ਗਈ ਸੀ। ਮੇਰਾ ਦਿਲ ਹਾਮੀ ਨਹੀਂ ਭਰਦਾ ਸੀ ਕਿ ਮੈਂ ਉਹਨਾਂ ਨੂੰ ਪਾਪਾ ਕਹਿ ਕੇ ਬੁਲਾਵਾਂ। ਮੇਰੀ ਨਾਨਾ ਜੀ ਦੀ ਡੈਥ ਹੋ ਗਈ ਤੇ ਮੇਰੇ ਪਾਪਾ ਨੇ ਮੰਮੀ ਨੂੰ ਨਾਨਕੇ ਜਾਣ ਨਾ ਦਿੱਤਾ। ਘਰ ਮੰਮੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੈਂ ਵੀ ਪਾਪਾ ਨੂੰ ਕਿਹਾ ਕਿ ਮੰਮੀ ਨੂੰ ਉੱਥੇ ਜਾ ਲੈਣ ਦੇਵੋ। ਪਾਪਾ ਨੇ ਮੈਨੂੰ ਵੀ ਡਾਂਟ ਦਿੱਤਾ। ਮੰਮੀ ਨੇ ਉਸੇ ਦਿਨ ਸੋਚ ਲਿਆ ਸੀ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ। ਦੂਜੇ ਦਿਨ ਹੀ ਉਹ ਮੈਨੂੰ ਆਪਣੇ ਨਾਲ ਲੈ ਕੇ ਨਾਨਕੇ ਚਲੇ ਗਏ। ਜਦੋਂ ਪਾਪਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਸ਼ਾਮ ਨੂੰ ਸਾਡੇ ਪਿੱਛੇ ਉੱਥੇ ਪੁੱਜ ਗਏ। ਪਾਪਾ ਨੇ ਨਾਨੇ ਦਾ ਅਫਸੋਸ ਤਾਂ ਕੀ ਕਰਨਾ ਸੀ, ਉੱਥੇ ਆ ਕੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਹੀ ਮੰਮੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਮਾਮਿਆਂ ਨੇ ਪਾਪਾ ਦੀਆਂ ਮਿੰਨਤਾਂ ਵੀ ਕੀਤੀਆਂ, ਪਰ ਪਾਪਾ ਨੇ ਕਿਸੇ ਦੀ ਕੋਈ ਗੱਲ ਨਾ ਸੁਣੀ। ਉੱਥੇ ਸਾਰਿਆਂ ਦੇ ਵਿੱਚ ਮੰਮੀ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ। ਪਾਪਾ ਕਹਿੰਦੇ, ਅੱਜ ਤੂੰ ਆਪਣੇ ਪਿਓ ਮਰੇ ਤੇ ਆ ਗਈ ਆ ਤੇ ਆਪਣੇ ਖਸਮ ਮਰੇ ਤੇ ਨਾ ਆਈ, ਤੇ ਖੁਦ ਹੁਣ ਸਾਰੀ ਜ਼ਿੰਦਗੀ ਇੱਥੇ ਹੀ ਰਹੀ। ਤੇਰੇ ਨਾਲ ਅੱਜ ਤੋਂ ਮੇਰਾ ਕੋਈ ਰਿਸ਼ਤਾ ਨਹੀਂ ਆ। ਮਾਮੇ ਹੋਣਾ ਨੇ ਬਹੁਤ ਕਿਹਾ ਕਿ ਜੀਜਾ ਜੀ ਜੋ ਵੀ ਗੱਲ ਆ ਬੈਠ ਕੇ ਕਰ ਲਵੋ, ਕਿ ਉਹ ਸਾਰਿਆਂ 'ਚ ਸਾਡਾ ਜਲੂਸ ਕੱਢ ਰਹੇ ਹੋ। ਪਾਪਾ ਨੇ ਕਿਹਾ, ਤੁਹਾਡੀ ਸਾਲਿਓ ਉੱਦਾਂ ਵੀ ਕੋਈ ਇੱਜ਼ਤ ਨਹੀਂ ਹੈਗੀ, ਮੈਂ ਤਾਂ ਤੁਹਾਡੇ ਬੂਹੇ ਪੈਰ ਵੀ ਨਹੀਂ ਪਾਉਣਾ ਸੀ। ਆ ਤਾਂ ਮੈਂ ਆਪਣੇ ਸੰਦੀਪ ਪੁੱਤ ਨੂੰ ਲੈਣ ਆਇਆ ਹਾਂ। ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਨਾਲ ਲੈ ਕੇ ਤੁਰ ਪਏ, ਪਰ ਮੇਰੇ ਪਾਪਾ ਧੱਕੇ ਨਾਲ ਮੈਨੂੰ ਆਪਣੇ ਨਾਲ ਲੈ ਕੇ ਆ ਗਏ। ਸੰਦੀਪ ਦਾ ਇਹ ਦੁੱਖ ਭਰਿਆ ਕਿੱਸਾ ਸੁਣ ਕੇ ਸਿਮਰਨ ਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦਾ ਸੀ ਕਿ ਗੱਲ ਸੁਣਦੇ ਸਮੇਂ ਹੁੰਗਾਰਾ ਵੀ ਕੀ ਭਰਾਂ, ਤੇ ਹਰ ਵਕਤ ਖੁਸ਼ ਰਹਿਣ ਵਾਲਾ ਇਨਸਾਨ ਆਪਣੇ ਅੰਦਰ ਇੰਨੇ ਦੁੱਖ ਸਮੇਟੀ ਬੈਠਾ ਹੈ। ਸੰਦੀਪ ਨੇ ਦੱਸਿਆ ਕਿ ਜਦੋਂ ਪਾਪਾ ਮੈਨੂੰ ਆਪਣੇ ਨਾਲ ਘਰ ਲੈ ਕੇ ਆਏ ਤਾਂ ਮੇਰੇ ਦਿਮਾਗ 'ਚ ਮੰਮੀ ਬਾਰੇ ਗਲਤ ਗੱਲਾਂ ਪਾਉਣ ਲੱਗ ਪਏ ਕਿ ਤੇਰੀ ਮਾਂ ਸਹੀ ਔਰਤ ਨਹੀਂ ਹੈ। ਸੰਦੀਪ ਬੋਲੀ, ਮੰਮੀ ਇੰਨੇ ਚੰਗੇ ਆ, ਤੁਹਾਡੇ ਕੋਲ ਇੰਨਾ ਡਰ ਕੇ ਰਹਿੰਦੇ ਆ, ਕਿਉਂ ਤੁਸੀਂ ਮੰਮੀ ਦੀ ਜ਼ਿੰਦਗੀ ਖਰਾਬ ਕੀਤੀ ਹੋਈ ਆ। ਸੰਦੀਪ ਦੇ ਪਾਪਾ, ਤੂੰ ਪੁੱਤ ਬਹੁਤ ਭੋਲੀ ਆ, ਤੈਨੂੰ ਤੇਰੀ ਮਾਂ ਬਾਰੇ ਹਜੇ ਕੁਝ ਨਹੀਂ ਪਤਾ, ਉਹ ਬਹੁਤ ਹੀ ਗਲਤ ਆ। ਵਿਆਹ ਤੋਂ ਪਹਿਲਾਂ ਉਹਦਾ ਇੱਕ ਸ਼ਿੰਦੇ ਨਾਮ ਦੇ ਮੁੰਡੇ ਨਾਲ ਰਿਲੇਸ਼ਨ ਹੁੰਦਾ ਸੀ। ਇਹ ਗੱਲ ਮੈਨੂੰ ਤੇਰੀ ਮਾਂ ਨੇ ਖੁਦ ਦੱਸੀ ਸੀ। ਮੈਂ ਸੋਚਿਆ ਕਿ ਚਲੋ ਵਿਆਹ ਤੋਂ ਪਹਿਲਾਂ ਹਰ ਇੱਕ ਦਾ ਇਸ ਤਰ੍ਹਾਂ ਦਾ ਰਿਲੇਸ਼ਨ ਹੁੰਦਾ ਆ, ਅਗਰ ਇਸ ਦਾ ਰਿਲੇਸ਼ਨ ਸੀ ਤਾਂ ਕੋਈ ਗੱਲ ਨਹੀਂ। ਮੈਂ ਤੇਰੀ ਮਾਂ ਨੂੰ ਆਪਣੇ ਬਾਰੇ ਵੀ ਦੱਸਿਆ ਕਿ ਮੈਂ ਵੀ ਨਾਲ ਦੀ ਗਲੀ ਵਾਲੀ ਬਿੱਲੋ ਨਾਲ ਰਿਲੇਸ਼ਨ 'ਚ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਭ ਕਿਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਸੁਣਨ ਨੂੰ ਮਿਲ ਰਹੀਆਂ। ਮੈਂ ਆਪਣੇ ਪਾਪਾ ਨੂੰ ਕਿਹਾ, ਪਾਪਾ ਸ਼ਰਮ ਕਰੋ, ਮੈਂ ਤੁਹਾਡੀ ਆਪਣੀ ਧੀ ਆ, ਕਿਸ ਤਰ੍ਹਾਂ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਪਾ ਰਹੇ ਹੋ। ਮੈਨੂੰ ਸਾਰਾ ਕੁਝ ਪਤਾ ਆ, ਕੌਣ ਕਿੱਦਾਂ ਦਾ ਆ ਤੇ ਕੌਣ ਕੀ ਕਰਦਾ ਆ। ਮੈਂ ਉੱਠ ਕੇ ਆਪਣੇ ਕਮਰੇ 'ਚ ਚਲੀ ਗਈ। ਮੈਂ ਆਪਣੇ ਕਮਰੇ 'ਚ ਆ ਕੇ ਮੰਮੀ ਨੂੰ ਫੋਨ ਮਿਲਾਇਆ। ਉਹ ਅੱਗੇ ਬਹੁਤ ਜ਼ਿਆਦਾ ਰੋ ਰਹੇ ਸੀ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੇਰੇ ਪਾਪਾ ਨੇ ਤੈਨੂੰ ਮਾਰਿਆ ਤਾਂ ਨਹੀਂ ਜਾਂ ਕੁਝ ਬੋਲੇ ਤਾਂ ਨਹੀਂ। ਮੈਂ ਅੱਗੇ ਨਹੀਂ ਕਹਿ ਕੇ ਫੋਨ ਕੱਢ ਦਿੱਤਾ। ਪਾਪਾ ਕੋਲੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੀ ਨੀਂਦ ਹੀ ਉੱਡ ਗਈ ਸੀ। ਮੇਰਾ ਦਿਲ ਕਰਦਾ ਸੀ ਕਿ ਸਭ ਗੱਲਾਂ ਕਿਸੇ ਨਾਲ ਸ਼ੇਅਰ ਕਰਾਂ, ਪਰ ਮੇਰਾ ਕੋਈ ਦੋਸਤ ਨਹੀਂ ਸੀ ਜਿਸ ਨਾਲ ਮੈਂ ਆਪਣੇ ਸਾਰੇ ਦੁੱਖ ਫਰੋਲ ਸਕਦੀ। ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਮੈਂ ਕਦੇ ਕਿਸੇ ਨੂੰ ਆਪਣਾ ਦੋਸਤ ਵੀ ਨਹੀਂ ਬਣਾ ਸਕਦੀ ਸੀ। ਸਵੇਰ ਉੱਠ ਕੇ ਮੈਂ ਪਾਪਾ ਨੂੰ ਕਿਹਾ ਕਿ ਮੰਮੀ ਨੂੰ ਲੈ ਆਵੋ। ਪਾਪਾ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਮੈਂ ਤੇਰੀ ਮਾਂ ਨੂੰ ਨਹੀਂ ਲੈਣ ਜਾਣਾ, ਅਗਰ ਆਉਣਾ ਹੋਵੇ ਤਾਂ ਆਪ ਹੀ ਆ ਜਾਵੇ, ਨਹੀਂ ਤਾਂ ਉੱਥੇ ਹੀ ਰਹੇ। ਮੰਮੀ 4 ਕੁ ਦਿਨ ਨਾਨਕੇ ਰਹੇ ਤੇ ਮਾਮਾ ਜੀ ਆ ਕੇ ਛੱਡ ਗਏ। ਮਾਮਾ ਜੀ ਸਪੈਸ਼ਲ ਸਵੇਰ ਆਏ ਕਿ ਪਾਪਾ ਘਰ ਹੋਣਗੇ, ਮੈਂ ਉਹਨਾਂ ਨਾਲ ਮਿਲ ਕੇ ਗੱਲ ਕਰੂੰਗਾ ਤੇ ਉਹਨਾਂ ਨੂੰ ਸਮਝਾ ਕੇ ਆਊਂਗਾ। ਮਾਮਾ ਜੀ 2 ਘੰਟੇ ਡਰਾਇੰਗ ਰੂਮ 'ਚ ਬੈਠੇ ਪਾਪਾ ਦੀ ਵੇਟ ਕਰਦੇ ਰਹੇ, ਪਰ ਪਾਪਾ ਸੁੱਤੇ ਉੱਠ ਕੇ ਨਹੀਂ ਆਏ।
ਮਾਮਾ ਜੀ ਦੇ ਜਾਣ ਦੀ ਦੇਰ ਸੀ। ਪਾਪਾ ਵੀ ਉੱਠ ਕੇ ਤਿਆਰ ਹੋ ਕੇ ਮੰਮੀ ਨੂੰ ਬਿਨਾਂ ਬੁਲਾਏ ਕੰਮ ਤੇ ਚਲੇ ਗਏ। ਪਾਪਾ ਦੇ ਜਾਣ ਮਗਰੋਂ ਮੈਂ ਮੰਮੀ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਪਾਪਾ ਨੇ ਮੈਨੂੰ ਕਹੀਆਂ ਸੀ। ਮੰਮੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਸਮਾਂ ਤੱਕ ਖਾ ਲਈਆਂ ਕਿ ਮੇਰੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ। ਅਗਰ ਮੈਂ ਇਸ ਤਰ੍ਹਾਂ ਦੀ ਹੁੰਦੀ ਤਾਂ ਤੇਰੇ ਪਿਓ ਦੇ ਇੰਨੇ ਤਸੱਦਦ ਨਾ ਚੱਲਦੀ। ਇਹ ਬੰਦਾ ਇੰਨਾ ਗਿਰ ਸਕਦਾ ਹੈ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਜਿੰਦਾ ਤੇਰੇ ਮਾਮੇ ਦਾ ਦੋਸਤ ਸੀ ਤੇ ਤੇਰੇ ਮਾਮੇ ਨਾਲ ਘਰ ਆ ਜਾਂਦਾ ਸੀ। ਉਹ ਹਮੇਸ਼ਾ ਮੈਨੂੰ ਆਪਣੀ ਭੈਣ ਹੀ ਕਹਿੰਦਾ ਸੀ। ਮੇਰੇ ਵਿਆਹ ਤੋਂ ਬਾਅਦ ਇੱਕ ਦੋ ਵਾਰ ਉਹ ਮੈਨੂੰ ਮਿਲਣ ਆ ਗਿਆ ਸੀ ਤੇ ਤੇਰੇ ਪਿਓ ਨੇ ਉਹਦੇ ਨਾਲ ਮੇਰਾ ਨਾਮ ਜੋੜ ਦਿੱਤਾ ਸੀ। ਖੁਦ ਤੇਰਾ ਪਿਓ ਲੋਕਾਂ ਦੀਆਂ ਜਨਾਨੀਆਂ ਨਾਲ 36 ਜਗ੍ਹਾ ਮੂੰਹ ਮਾਰਦਾ ਸੀ। ਇੱਥੋਂ ਤੱਕ ਮੈਂ 20 ਵਾਰ ਆਪਣੀ ਗੁਆਂਢਣ ਨਾਲ ਫੜਿਆ ਆ। ਪੁੱਤ ਮੇਰਾ ਯਕੀਨ ਕਰੀ, ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਸੀ। ਮੈਂ ਤੇਰੇ ਪਿਓ ਬਿਨਾਂ ਕਿਸੇ ਵੱਲ ਵੇਖਿਆ ਵੀ ਨਹੀਂ ਆ। ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਕਿ ਸਭ ਕੀ ਚੱਲ ਰਿਹਾ ਹੈ। ਮੈਨੂੰ ਆਪਣੇ ਘਰ ਤੋਂ ਹੀ ਡਰ ਲੱਗਣ ਲੱਗ ਪਿਆ। ਮੈਂ ਦੁਬਾਰਾ ਹੋਸਟਲ ਆ ਗਈ। ਕਿੰਨੀ ਦੇਰ ਇਕੱਲੀ ਬੈਠੀ ਰਹਿੰਦੀ ਸੀ। ਮੇਰੇ ਨਾਲ ਦੀਆਂ ਕੁੜੀਆਂ ਨੇ ਮੇਰੇ ਕੋਲੋਂ ਉਦਾਸ ਹੋਣ ਦਾ ਕਾਰਨ ਪੁੱਛਿਆ। ਮੈਂ ਕਿਸੇ ਨੂੰ ਕੁਝ ਨਾ ਦੱਸਦੀ। ਮੈਂ ਨਾਲ ਦੀ ਕੁੜੀਆਂ ਕੋਲੋਂ ਅਕਸਰ ਸੁਣਿਆ ਕਰਦੀ ਸੀ ਕਿ ਕਿਵੇਂ ਉਹ ਹਰ ਗੱਲ ਆਪਣੇ ਘਰਦਿਆਂ ਨਾਲ ਸ਼ੇਅਰ ਕਰਦੀਆਂ ਨੇ। ਮੇਰੇ ਦਿਲ 'ਚੋਂ ਚੌਂਕਾ ਨਿਕਲਦਾ ਕਿ ਮੇਰੇ ਘਰਦਿਆਂ ਦੀਆਂ ਤਾਂ ਆਪਣੀਆਂ ਲੜਾਈਆਂ ਨਹੀਂ ਮੁੱਕਦੀਆਂ, ਮੇਰੀਆਂ ਗੱਲਾਂ ਉਹ ਕੀ ਸੁਣਨਗੇ। ਹਮੇਸ਼ਾ ਮੈਂ ਉਸ ਇਨਸਾਨ ਦੀ ਭਾਲ 'ਚ ਰਹਿੰਦੀ ਸੀ ਜਿਸ ਨਾਲ ਮੈਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਾਂ। ਜਦੋਂ ਮੈਂ 10ਵੀਂ 'ਚ ਹੋਈ, ਮੈਂ ਉਦੋਂ ਸੋਚ ਲਿਆ ਕਿ ਬਸ ਆਹੀ ਸਾਲ ਇਸ ਸਕੂਲ 'ਚ ਪੜ੍ਹਨਾ। 11ਵੀਂ ਕਲਾਸ ਦੀ ਪੜ੍ਹਾਈ ਮੈਂ ਆਪਣੇ ਘਰਦਿਆਂ ਕੋਲ ਰਹਿ ਕੇ ਹੀ ਕਰਨੀ ਆ। ਮੈਂ 10ਵੀਂ ਕਲਾਸ ਵਿੱਚ ਵੀ ਬਹੁਤ ਵਧੀਆ ਪੋਜੀਸ਼ਨ 'ਤੇ ਪਾਸ ਕੀਤੀ। ਮੈਂ ਸੋਚਦੀ ਹੁੰਦੀ ਸੀ ਕਿ ਮੈਂ ਪੜ੍ਹਾਈ ਕਰਕੇ ਵਕੀਲ ਬਣਾਂਗੀ ਤੇ ਆਪਣੀ ਮੰਮੀ ਵਰਗੀਆਂ ਬੇਵਸ ਔਰਤਾਂ ਦੀ ਆਵਾਜ਼ ਬਣ ਕੇ ਅੱਗੇ ਆਵਾਂਗੀ। ਪਰ ਅੱਜ ਟੀਚਰ ਬਣ ਕੇ ਬੈਠੀ ਹਾਂ। ਮੈਂ 11ਵੀਂ ਕਲਾਸ 'ਚ ਲੁਧਿਆਣੇ ਹੀ ਆਰੀਆ ਕਾਲਜ 'ਚ ਦਾਖਲਾ ਲੈ ਲਿਆ ਤੇ ਘਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਮੈਂ ਮਹਿਸੂਸ ਕੀਤਾ ਕਿ ਮੰਮੀ ਪਾਪਾ ਦੀਆਂ ਆਪਸ 'ਚ ਲੜਾਈਆਂ ਬਹੁਤ ਘਟ ਗਈਆਂ ਸੀ। ਪਰ ਇੱਕ ਗੱਲ ਸੀ, ਮੰਮੀ ਪਾਪਾ ਦੀ ਆਪਸ 'ਚ ਦੂਰੀ ਬਹੁਤ ਵੱਧ ਗਈ ਸੀ। ਮੰਮੀ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਸੀ ਤਾਂ ਪਾਪਾ ਉਹਨਾਂ ਨੂੰ ਕਦੇ ਕੁਝ ਪੁੱਛਦੇ ਵੀ ਨਹੀਂ ਸੀ। ਇੱਕ ਦਿਨ ਅਸੀਂ ਬੈਠੇ ਸੀ, ਪਾਪਾ ਆਪਣੇ ਨਾਲ ਇੱਕ ਔਰਤ ਨੂੰ ਘਰ ਲੈ ਕੇ ਆ ਗਏ। ਮੰਮੀ ਨੇ ਪੁੱਛਿਆ, ਇਹ ਕੌਣ ਆ? ਪਾਪਾ ਨੇ ਕਿਹਾ ਕਿ ਸੰਦੀਪ ਬੇਟਾ ਤੂੰ ਅੰਦਰ ਚਲੀ ਜਾ, ਮੈਂ ਤੇਰੀ ਮੰਮੀ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ। ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੋਇਆ ਕਿ ਇਹ ਮੈਨੂੰ ਅੰਦਰ ਕਿਉਂ ਭੇਜ ਰਹੇ ਆ। ਮੈਂ ਦਰਵਾਜ਼ੇ ਦੇ ਬਾਹਰ ਖੜੀ ਹੋ ਕੇ ਪਾਪਾ ਦੀਆਂ ਗੱਲਾਂ ਸੁਣਨ ਲੱਗ ਪਈ। ਪਾਪਾ ਨੇ ਮੰਮੀ ਨੂੰ ਦੱਸਿਆ ਕਿ ਗੀਤਾ ਮੇਰੀ ਦੋਸਤ ਆ, ਇਹ ਪ੍ਰੈਗਨੈਂਟ ਆ ਤੇ ਇਹਦੇ ਪੇਟ 'ਚ ਮੇਰਾ ਬੱਚਾ ਆ। ਅੱਜ ਤੋਂ ਇਹ ਆਪਣੇ ਨਾਲ ਇਸ ਘਰ 'ਚ ਰਹੇਗੀ। ਮੰਮੀ ਕੋਲੋਂ ਤਾਂ ਇਹ ਗੱਲ ਸੁਣੀ ਨਾ ਗਈ। ਉਹਨਾਂ ਨੇ ਉੱਥੇ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਜੋ ਔਰਤ ਪਾਪਾ ਨਾਲ ਆਈ ਸੀ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਾਪਾ ਕੋਲੋਂ ਇਹ ਸਭ ਬਰਦਾਸ਼ਤ ਨਾ ਹੋਇਆ। ਉਹਨਾਂ ਨੇ ਮੰਮੀ ਨੂੰ ਉਸ ਔਰਤ ਦੇ ਸਾਹਮਣੇ ਹੀ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਵਿੱਚ ਆ ਕੇ ਮੰਮੀ ਨੂੰ ਛਡਵਾਇਆ ਤਾਂ ਪਾਪਾ ਨੇ ਮੇਰੇ ਵੀ ਥੱਪੜ ਮਾਰ ਦਿੱਤਾ। ਉਹ ਪਹਿਲੀ ਵਾਰ ਸੀ ਜਦੋਂ ਪਾਪਾ ਨੇ ਮੇਰੇ ਤੇ ਹੱਥ ਚੁੱਕਿਆ ਸੀ। ਪਾਪਾ ਨੇ ਸਾਫ਼ ਕਹਿ ਦਿੱਤਾ ਕਿ ਅੰਜਲੀ ਮੇਰੇ ਨਾਲ ਇਸ ਘਰ 'ਚ ਰਹੇਗੀ। ਜਿਹਨੂੰ ਇੱਥੇ ਰਹਿਣਾ ਰਵੇ, ਜਿੰਨੇ ਜਾਣਾ ਜਾ ਸਕਦਾ। ਮੰਮੀ ਇੱਕ ਵਾਰ ਫਿਰ ਤੋਂ ਗੁੱਸੇ ਹੋ ਕੇ ਮੈਨੂੰ ਆਪਣੇ ਨਾਲ ਲੈ ਕੇ ਨਾਨਕਿਆਂ ਨੂੰ ਚਲੇ ਗਏ। ਨਾਨਕੇ ਵੀ ਜਦ ਤੱਕ ਨਾਨਾ ਨਾਨੀ ਹੈਗੇ ਸੀ ਉਦੋਂ ਤੱਕ ਉਹ ਮੰਮੀ ਦੀ ਗੱਲ ਸੁਣ ਲੈਂਦੇ ਸੀ। ਮਾਮੇ ਹੁਣੀ ਸਮਝਾ ਬੁਝਾ ਕੇ ਮੰਮੀ ਨੂੰ ਦੁਬਾਰਾ ਘਰ ਛੱਡ ਗਏ। ਘਰ ਆ ਕੇ ਫਿਰ ਤੋਂ ਉਹੀ ਕਲੇਸ਼ ਸ਼ੁਰੂ ਹੋ ਗਿਆ। ਪਾਪਾ ਨੇ ਮੈਨੂੰ ਕਿਹਾ ਕਿ ਸੰਦੀਪ ਪੁੱਤ ਤੂੰ ਆਪਣੀ ਮਾਂ ਦਾ ਖਹਿੜਾ ਛੱਡ ਦੇ, ਮੈਂ ਤੇਰੇ ਲਈ ਨਵੀਂ ਮੰਮੀ ਲੈ ਕੇ ਆਇਆ ਹਾਂ, ਇਹ ਤੈਨੂੰ ਬਹੁਤ ਖੁਸ਼ ਰੱਖੇਗੀ। ਮੈਂ ਸਾਫ਼ ਕਿਹਾ ਕਿ ਮੇਰੀ ਮੰਮੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਤੂੰ ਮੈਨੂੰ ਮੇਰੀ ਮਾਂ ਹੀ ਚਾਹੀਦੀ ਆ, ਨਹੀਂ ਤਾਂ ਅਸੀਂ ਮਾਵਾਂ ਧੀਆਂ ਨੇ ਰਹਿਣ ਥੱਲੇ ਸਿਰ ਦੇ ਦੇਣਾ। ਅੱਗੇ ਪਾਪਾ ਕਹਿੰਦੇ ਤੁਸੀਂ ਜੋ ਕਰਨਾ ਜੀ ਸਦਕੇ ਕਰ ਸਕਦੇ ਹੋ। ਸਾਡਾ ਜੀਵਨ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਸੀ। ਦਿਲ ਕਰਦਾ ਸੀ ਕਿ ਜ਼ਿੰਦਗੀ ਖਤਮ ਕਰ ਲਈਏ। ਸਿਮਰਨ ਤੂੰ ਖੁਦ ਸੋਚ ਕੇ ਵੇਖ ਕਿ ਤੇਰਾ ਹਸਬੈਂਡ ਤੇਰੇ ਸਾਹਮਣੇ ਹੀ ਇੱਕ ਨਵੀਂ ਕੁੜੀ ਨੂੰ ਤੇਰੇ ਘਰ ਲੈ ਆਵੇ ਤੇ ਤੇਰੇ ਦਿਲ ਤੇ ਕੀ ਬੀਤੇਗੀ। ਮੇਰੇ ਪਿਓ ਨੇ ਮੇਰੀ ਮਾਂ ਦੀ ਜਗ੍ਹਾ ਕਿਸੇ ਹੋਰ ਨੂੰ ਦੇ ਦਿੱਤੀ ਸੀ। ਮੈਨੂੰ ਤਾਂ ਆਪਣਾ ਘਰ ਨਰਕ ਤੋਂ ਵੀ ਭੈੜਾ ਲੱਗਦਾ ਸੀ। ਉਸ ਔਰਤ ਨੇ ਸਾਡੇ ਘਰ ਹੀ ਰਹਿਣਾ ਸ਼ੁਰੂ ਕਰ ਦਿੱਤਾ। ਅਸੀਂ ਕਰ ਵੀ ਕੀ ਸਕਦੇ ਸੀ। ਪਾਪਾ ਨੇ ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਘਰ ਛੱਡ ਕੇ ਜਾਣਾ ਜਾਂ ਮਰਨਾ, ਜੀ ਸਦਕੇ ਆਪਣੀ ਮਰਜ਼ੀ ਕਰ ਲਓ। ਪਰ ਗੀਤਾ ਇਸੇ ਘਰ 'ਚ ਮੇਰੇ ਨਾਲ ਰਹੇਗੀ। ਮੰਮੀ ਹਰ ਵਕਤ ਰੋਂਦੇ ਰਹਿੰਦੇ ਸੀ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਸੀ। ਪਾਪਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਅਤੇ ਨਾਨਕਿਆਂ ਵਾਲਿਆਂ ਨੇ ਉੱਦਾਂ ਸਾਨੂੰ ਰੱਖਣਾ ਨਹੀਂ ਸੀ। ਉਸੇ ਘਰ 'ਚ ਰਹਿਣ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਮੈਂ ਤੇ ਮੰਮੀ ਨੇ ਉੱਪਰ ਵਾਲੀ ਮੰਜ਼ਿਲ 'ਤੇ ਰਹਿਣਾ ਸ਼ੁਰੂ ਕਰ ਦਿੱਤਾ। ਅਸੀਂ ਆਪਣਾ ਰੋਟੀ ਪਾਣੀ ਵੀ ਅਲੱਗ ਉੱਪਰ ਹੀ ਬਣਾਉਣਾ ਸ਼ੁਰੂ ਕਰ ਦਿੱਤਾ। ਪਾਪਾ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਮੈਂ ਉਹਨਾਂ ਦੇ ਨੇੜੇ ਹੀ ਨਹੀਂ ਜਾਂਦੀ ਸੀ। ਪੈਸੇ ਪਾਪਾ ਆਪ ਹੀ ਮੰਮੀ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦਿੰਦੇ ਸੀ ਤੇ ਖੁਦ ਉਸ ਜਨਾਨੀ ਨਾਲ ਮਸ਼ਰੂਫ ਰਹਿੰਦੇ ਸੀ। ਇੱਕ ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਪਾਪਾ ਨੇ ਮੇਰੀ ਤੇ ਮੰਮੀ ਦੀ ਪਰਵਾਹ ਕਰਨੀ ਬਿਲਕੁਲ ਹੀ ਛੱਡ ਦਿੱਤੀ। ਗਲੀ ਮੁਹੱਲੇ 'ਚ ਸਾਰਿਆਂ ਨੂੰ ਪਤਾ ਚੱਲ ਗਿਆ ਸੀ
ਕਿ ਮੇਰੇ ਪਾਪਾ ਘਰ 'ਚ ਇੱਕ ਹੋਰ ਜਨਾਨੀ ਨੂੰ ਲੈ ਕੇ ਆਏ ਆ। ਉਹ ਸਾਡੇ ਨਾਲ ਹੀ ਰਹਿੰਦੀ ਆ। ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਦੇ ਸੀ। ਸਾਨੂੰ ਤਾਂ ਬਾਹਰ ਗਲੀ 'ਚ ਜਾਣ ਤੋਂ ਵੀ ਡਰ ਲੱਗਿਆ ਕਰਦਾ ਸੀ ਕਿ ਕੋਈ ਕੁਝ ਪੁੱਛ ਨਾ ਲਵੇ ਜਾਂ ਕੋਈ ਤਾਹਨਾ ਨਾ ਮਾਰ ਦੇਵੇ। ਸਿਮਰਨ ਬੋਲੀ, ਮੈਡਮ ਇੰਨੇ ਮਾੜੇ ਦਿਨਾਂ 'ਚੋਂ ਨਿਕਲੇ ਹੋ ਤੁਸੀਂ। ਕਾਲਜ 'ਚ ਵੀ ਬੱਚਿਆਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਮੇਰੇ ਘਰ ਬਾਰੇ ਪੁੱਛਦੇ ਰਹਿੰਦੇ। ਕੋਈ ਕਹਿੰਦਾ ਕਿ ਤੇਰੀਆਂ 2 ਮੰਮੀਆਂ ਨੇ, ਤੈਨੂੰ ਕਿਹੜੀ ਮੰਮੀ ਪਸੰਦ ਆ। ਹੁਣ ਡੈਡੀ ਵੀ ਇੱਕ ਹੋਰ ਲੈ ਆਵੇ। ਕੋਈ ਬੋਲਦਾ ਤੇਰੇ ਡੈਡੀ ਦੇ ਤਾਂ ਨਜ਼ਾਰੇ ਆ, 2 ਮੰਮੀਆਂ ਸਾਂਭੀ ਬੈਠਾ ਆ। ਮੈਂ ਘਰ ਜਾ ਕੇ ਮੰਮੀ ਨੂੰ ਕੁਝ ਨਾ ਦੱਸਣਾ। ਇੱਥੋਂ ਤੱਕ ਕਿ ਮੰਮੀ ਅੱਗੇ ਹਮੇਸ਼ਾ ਹੱਸਦੇ ਰਹਿਣਾ ਤੇ ਉਹਨਾਂ ਨੂੰ ਹਸਾਉਣਾ। ਗਲੀ ਮੁਹੱਲੇ ਕਾਲਜ ਹਰ ਪਾਸੇ ਲੋਕ ਗੱਲਾਂ ਕਰ ਰਹੇ ਸੀ, ਪਰ ਪਾਪਾ ਨੂੰ ਤਾਂ ਸ਼ਾਇਦ ਇਹ ਗੱਲਾਂ ਸੁਣਨ 'ਚ ਵਧੀਆ ਲੱਗਦੀਆਂ ਸੀ। ਪਾਪਾ ਹੁਣ ਬਹੁਤ ਖੁਸ਼ ਰਹਿੰਦੇ ਸਨ। ਉਹ ਮੈਨੂੰ ਬੁਲਾਉਣਾ ਚਾਹੁੰਦੇ ਸਨ, ਪਰ ਮੈਨੂੰ ਉਹਨਾਂ ਕੋਲੋਂ ਨਫ਼ਰਤ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹਨਾਂ ਦੇ ਪਰਛਾਵੇਂ ਤੋਂ ਵੀ ਡਰ ਲੱਗਦਾ ਹੁੰਦਾ ਸੀ। ਪਾਪਾ ਉਹਨਾਂ ਨੇ ਅਲਟਰਾਸਾਊਂਡ ਕਰਵਾਇਆ ਹੋਇਆ ਸੀ ਤੇ ਉਹਨਾਂ ਨੂੰ ਪਤਾ ਸੀ ਮੇਰੀ ਦਾਦੀ, ਚਾਚੇ, ਤਾਏ, ਭੂਆ ਕਦੇ ਸਾਡੇ ਘਰ ਨਹੀਂ ਆਉਂਦੇ ਸੀ। ਜਦੋਂ ਦਾ ਪਤਾ ਚੱਲਿਆ ਸੀ ਕਿ ਗੀਤਾ ਦੇ ਮੁੰਡਾ ਹੋਣ ਵਾਲਾ, ਲਾਈਨਾਂ ਬਣਾ ਕੇ ਤੁਰੇ ਰਹਿੰਦੇ ਸੀ। ਸਾਨੂੰ ਤਾਂ ਸਾਰੇ ਨਫ਼ਰਤ ਭਰੀਆਂ ਅੱਖਾਂ ਨਾਲ ਵੇਖਦੇ ਹੁੰਦੇ ਸੀ, ਜਿਵੇਂ ਅਸੀਂ ਉਹਨਾਂ ਦੇ ਕੋਈ ਗੁਨਹਗਾਰ ਹੁੰਦੇ ਹਾਂ। ਇੱਕ ਦਿਨ ਮੇਰੀ ਦਾਦੀ ਨੇ ਮੈਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੂੰ ਗੀਤਾ ਦੇ ਨੇੜੇ ਨਹੀਂ ਜਾਣਾ, ਤੇਰਾ ਪੱਖਾ ਉਹਦੇ ਕੋਲੋਂ ਦੂਰ ਹੀ ਰਹਿਣਾ ਚਾਹੀਦਾ ਹੈ। ਇੱਕ ਦਿਨ ਕਲਾਸ 'ਚ ਮੇਰੇ ਤਾਏ ਦੀ ਕੁੜੀ ਨੇ ਮੇਰੀ ਸਾਰੀ ਕਲਾਸ ਅੱਗੇ ਬੇਇੱਜ਼ਤੀ ਕਰ ਦਿੱਤੀ। ਮੈਂ ਉਹਦੇ ਨਾਲ ਕਲਾਸ 'ਚ ਹੀ ਲੜ ਪਈ ਤੇ ਗੱਲ ਇੰਚਾਰਜ ਤੱਕ ਪੁੱਜ ਗਈ। ਇੰਚਾਰਜ ਨੂੰ ਜਦੋਂ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਦੂਸਰੇ ਦਿਨ ਪਾਪਾ ਨੂੰ ਕਾਲਜ ਬੁਲਾ ਲਿਆ। ਮੈਡਮ ਨੇ ਪਾਪਾ ਨੂੰ ਕਿਹਾ ਕਿ ਤੁਹਾਡੇ ਘਰ ਦੇ ਜੋ ਵੀ ਮਸਲੇ ਪਰੇਸ਼ਾਨੀਆਂ ਨੇ ਉਹ ਆਪਣੇ ਘਰ ਤੱਕ ਹੀ ਸੀਮਿਤ ਰੱਖੋ ਤੇ ਆਪਣੇ ਬੱਚੇ ਦੀ ਕੇਅਰ ਕਰੋ। ਪੜ੍ਹਾਈ ਵਿੱਚ ਵੀ ਇਸ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਾਪਾ ਨੇ ਘਰ ਆ ਕੇ ਮੰਮੀ ਦੇ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਤੇ ਮੰਮੀ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਕਿ ਸਭ ਦੀ ਜ਼ਿੰਮੇਵਾਰ ਤੂੰ ਆ। ਮੈਂ ਦੂਜੇ ਦਿਨ ਸਵੇਰ ਨੂੰ ਕਾਲਜ ਜਾਣ ਤੋਂ ਮਨਾ ਕਰ ਦਿੱਤਾ। ਮੰਮੀ ਨੂੰ ਸਾਫ਼ ਦੱਸ ਦਿੱਤਾ ਕਿ ਕਿਵੇਂ ਬੱਚੇ ਮੈਨੂੰ ਤਾਨੇ ਮਾਰਦੇ ਆ। ਮੰਮੀ ਨੇ ਮੈਨੂੰ ਬਹੁਤ ਸਮਝਾਇਆ, ਪਰ ਮੈਂ ਕਾਲਜ ਨਹੀਂ ਗਈ। ਫਿਰ ਮੰਮੀ ਕਹਿੰਦੇ ਕਿ ਪੁੱਤ ਆਹ ਸਾਲ ਔਖੀ ਸੌਖੀ ਇਸ ਕਾਲਜ 'ਚ ਲਾ ਲੈ, ਅਗਲੇ ਸਾਲ ਤੇਰਾ ਕਾਲਜ ਬਦਲ ਦਿਆਂਗੇ। ਮੈਂ ਆਹੀ ਸੋਚ ਕੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਤੇ ਕੰਨ ਬੰਦ ਕਰਕੇ ਕਾਲਜ ਜਾਂਦੀ ਰਹੀ। ਇਸ ਤਰ੍ਹਾਂ ਦਾ ਟਾਈਮ ਆ ਗਿਆ ਸੀ ਕਿ ਮੇਰੇ ਕੋਲ ਕੋਈ ਕੁੜੀ ਬੈਠਦੀ ਤੱਕ ਨਹੀਂ ਹੁੰਦੀ ਸੀ। ਮੈਂ ਘਰ ਆ ਕੇ ਉੱਚੀ ਉੱਚੀ ਰੋਣਾ ਤੇ ਆਪਣੇ ਪਿਓ ਨੂੰ ਬਦਦੁਆਵਾਂ ਦੇਣੀਆਂ ਕਿ ਉਹਦੀ ਵਜ੍ਹਾ ਕਰਕੇ ਸਭ ਕੁਝ ਭੁਗਤ ਰਹੀ ਹਾਂ। ਔਖੇ ਸੌਖੇ ਮੈਂ 12ਵੀਂ ਕਰ ਲਈ। ਮੰਮੀ ਮੈਨੂੰ ਵਿਆਹ ਦੀਆਂ ਗੱਲਾਂ ਕਰਦੇ ਸੀ, ਪਰ ਮੈਂ ਮਨਾ ਕਰ ਦਿੱਤਾ ਕਿ ਅਗਰ ਮੈਂ ਵਿਆਹ ਕਰਵਾ ਲਿਆ ਤਾਂ ਤੁਹਾਨੂੰ ਕੌਣ ਵੇਖੇਗਾ। ਅਜੇ ਮੇਰੀ ਬਹੁਤ ਉਮਰ ਪਈ ਹੈ, ਵਿਆਹ ਵੀ ਕਰਵਾ ਲਵਾਂਗੀ। ਦਿਲ ਤਾਂ ਮੇਰਾ ਵੀ ਕਰਦਾ ਸੀ ਕਿ ਵਿਆਹ ਕਰਵਾ ਲਵਾਂ ਤੇ ਨਰਕ ਦੀ ਜ਼ਿੰਦਗੀ 'ਚੋਂ ਨਿਜਾਤ ਪਾ ਲਵਾਂ, ਪਰ ਆਪਣੀ ਮਾਂ ਦਾ ਹਾਲ ਵੇਖ ਕੇ ਡਰ ਜਾਂਦੀ ਸੀ। ਗੀਤਾ ਨੂੰ 7ਵਾਂ ਮਹੀਨਾ ਚੱਲ ਰਿਹਾ ਸੀ। ਇੱਕ ਰਾਤ ਅਚਾਨਕ ਉਹਨੂੰ ਦਰਦਾਂ ਸ਼ੁਰੂ ਹੋ ਗਈਆਂ ਤੇ ਪਾਪਾ ਹਸਪਤਾਲ ਲੈ ਗਏ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ ਕਿ ਹੁਣੇ ਆਪਰੇਸ਼ਨ ਕਰਨਾ ਪਏਗਾ, ਨਹੀਂ ਤਾਂ ਕੋਈ ਅਣਹੋਣੀ ਵਾਪਰ ਸਕਦੀ ਆ। ਉਸੇ ਵਕਤ ਡਾਕਟਰ ਨੇ ਗੀਤਾ ਦਾ ਆਪਰੇਸ਼ਨ ਸਟਾਰਟ ਕਰ ਦਿੱਤਾ ਤਾਂ ਵੇਖਿਆ ਬੱਚੇ ਦੀ ਪੂਰੀ ਤਰ੍ਹਾਂ ਗਰੋਥ ਨਹੀਂ ਹੋਈ ਸੀ। ਡਾਕਟਰ ਨੇ ਉਸ ਵਕਤ ਬੱਚੇ ਨੂੰ DMC ਰੈਫਰ ਕਰ ਦਿੱਤਾ। ਉੱਥੇ ਡਾਕਟਰਾਂ ਨੇ ਬੱਚੇ ਨੂੰ ਟਿਊਬਾਂ ਵਿੱਚ ਰੱਖ ਦਿੱਤਾ। ਪੂਰਾ 1.5 ਮਹੀਨਾ ਬੱਚਾ ICU ਵਿੱਚ ਟਿਊਬਸ 'ਚ ਰਿਹਾ ਤੇ ਠੀਕ ਨਾ ਹੋਇਆ ਤੇ ਉਹਦੀ ਮੌਤ ਹੋ ਗਈ। ਪਾਪਾ ਤਾਂ ਉਦੋਂ ਪਾਗਲਾਂ ਵਾਂਗੂ ਹੋ ਗਏ ਸੀ। ਇਸ ਗੱਲ ਦਾ ਵੀ ਇਲਜ਼ਾਮ ਸਾਡੇ ਸਿਰ ਪਾ ਦਿੱਤਾ ਸੀ ਕਿ ਤੁਸੀਂ ਮਾਂ ਧੀ ਕਲਹਿਣੀਆਂ ਹੋ, ਤੁਹਾਡੇ ਕਰਕੇ ਸਾਡਾ ਕੇਸ ਖਰਾਬ ਹੋਇਆ ਆ। ਪਾਪਾ ਨੇ ਬਹੁਤ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਗੀਤਾ ਨਾਲ ਵੀ ਕਲੇਸ਼ ਰੱਖਣਾ ਸ਼ੁਰੂ ਕਰ ਦਿੱਤਾ। ਮੇਰੇ ਮੰਮੀ ਵੀ ਬਿਮਾਰ ਰਹਿਣ ਲੱਗ ਗਏ ਤੇ ਉਹਨਾਂ ਨੂੰ ਅੱਧ ਰੰਗ ਦਾ ਅਟੈਕ ਹੋ ਗਿਆ ਤੇ ਉਹਨਾਂ ਦਾ ਸੱਜਾ ਪਾਸਾ ਖੜ ਗਿਆ। ਘਰ ਤਾਂ ਨਰਕ ਤੋਂ ਵੀ ਬੱਤਰ ਹੋ ਗਿਆ ਸੀ। ਪਾਪਾ ਕੋਲੋਂ ਤੰਗ ਹੋ ਕੇ ਗੀਤਾ ਵੀ ਛੱਡ ਕੇ ਚਲੇ ਗਈ। ਪਾਪਾ ਨੇ ਸਾਡਾ ਜਿਉਣਾ ਮੁਸ਼ਕਲ ਕਰ ਦਿੱਤਾ। ਇੱਕ ਦਿਨ ਐਸਾ ਆਇਆ ਕਿ ਮੰਮੀ ਵੀ ਸੁੱਤੇ ਹੀ ਰਹਿ ਗਏ। ਉਸ ਦਿਨ ਤਾਂ ਮੇਰੀ ਜਿਵੇਂ ਦੁਨੀਆ ਹੀ ਖਤਮ ਹੋ ਗਈ ਸੀ। ਪਾਪਾ ਵਿੱਚੋਂ ਮੈਨੂੰ ਇੱਕ ਕਾਤਲ ਨਜ਼ਰ ਆਉਂਦਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਜਾਂ ਖੁਦ ਮਰ ਜਾਵਾਂ ਜਾਂ ਫਿਰ ਪਾਪਾ ਨੂੰ ਮਾਰ ਦੇਵਾਂ। ਮੇਰੇ ਦਿਲ 'ਚ ਪਾਪਾ ਲਈ ਇੱਜ਼ਤ ਤਾਂ ਪਹਿਲਾਂ ਹੀ ਨਹੀਂ ਸੀ, ਪਰ ਮੰਮੀ ਦੇ ਮੌਤ ਹੋਣ ਤੋਂ ਬਾਅਦ ਜਿਹੜੀ ਮਾੜੀ ਮੋਟੀ ਜਗ੍ਹਾ ਸੀ ਉਹ ਵੀ ਖਤਮ ਹੋ ਗਈ ਸੀ। ਪਾਪਾ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਅਹਿਸਾਸ ਤਾਂ ਬਹੁਤ ਹੋ ਗਿਆ ਸੀ। ਉਹਨਾਂ ਨੇ ਨਾਨਕਿਆਂ ਕੋਲੋਂ ਵੀ ਮਾफ़ੀ ਮੰਗ ਲਈ। ਨਾਨਕਿਆਂ ਨੇ ਤਾਂ ਮੰਮੀ ਦੇ ਭੋਗ ਵਾਲੇ ਦਿਨ ਹੀ ਕਹਿ ਦਿੱਤਾ ਸੀ ਕਿ ਸਾਰੀ ਜ਼ਿੰਦਗੀ ਸਾਡੀ ਧੀ ਇਸ ਘਰ 'ਚ ਦੁਖੀ ਰਹੀ ਹੈ ਤੇ ਜਿੱਥੇ ਸਾਡੀ ਕੁੜੀ ਮਰ ਗਈ ਉੱਥੇ ਸਾਡਾ ਤੁਹਾਡੇ ਨਾਲ ਵੀ ਰਿਸ਼ਤਾ ਖਤਮ ਹੋ ਗਿਆ ਆ। ਪਾਪਾ ਮੇਰੇ ਕੋਲੋਂ ਵੀ ਵਾਰ-ਵਾਰ ਮੁਆਫੀਆਂ ਮੰਗੀ ਜਾਂਦੇ ਸੀ। ਮੈਂ ਉਹਨਾਂ ਨਾਲ ਕੋਈ ਗੱਲ ਨਾ ਕੀਤੀ। ਇੱਕ ਦਿਨ ਮੇਰੇ ਪੈਰੀ ਪੈ ਗਏ ਕਿ ਸੰਦੀਪ ਬੇਟਾ, ਮੇਰੇ ਕੋਲੋਂ ਬਹੁਤ ਗਲਤੀਆਂ ਹੋਈਆਂ ਨੇ। ਮੈਂ ਤੇਰਾ ਤੇ ਤੇਰੀ ਮੰਮੀ ਦਾ ਗੁਨਹਗਾਰ ਹਾਂ। ਪਲੀਜ਼ ਮੈਨੂੰ ਮਾफ़ ਕਰ ਦੇ। ਮੈਨੂੰ ਤਰਸ ਜਿਹਾ ਤਾਂ ਆ ਗਿਆ ਸੀ, ਪਰ ਜਦੋਂ ਅੱਖਾਂ ਅੱਗੇ ਮੰਮੀ ਦਾ ਰੋਂਦਾ ਚਿਹਰਾ ਹੁੰਦਾ ਸੀ ਤਾਂ ਮੇਰੀ ਰੂਹ ਕੰਬ ਜਾਂਦੀ ਸੀ। ਮੈਂ ਪਾਪਾ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ। ਤੁਸੀਂ ਮੇਰੀ ਮੰਮਾ ਨੂੰ ਸਾਰੀ ਜ਼ਿੰਦਗੀ ਤੜਫਾਇਆ ਤੇ ਆਖਰ 'ਚ ਵੀ ਮੰਮੀ ਤੁਹਾਡੇ ਦਿੱਤੇ ਦੁੱਖਾਂ ਕਰਕੇ ਮਰ ਗਏ ਆ।
ਮੈਨੂੰ ਤੁਹਾਡੇ ਪਰਛਾਵੇਂ ਤੋਂ ਵੀ ਨਫ਼ਰਤ ਆ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਜਿੰਦਾ ਰਹਾਂ ਜਾਂ ਇਸ ਘਰ 'ਚ ਰਹਾਂ ਤਾਂ ਮੇਰੇ ਸਾਹਮਣੇ ਨਾ ਆਇਆ ਕਰੋ। ਉਹ ਮੈਨੂੰ ਕਹਿੰਦੇ, ਮੈਨੂੰ ਤੇਰੀ ਹਰ ਗੱਲ ਮਨਜ਼ੂਰ ਆ, ਜਿਵੇਂ ਕਹੇਂਗੀ ਉਦਾਂ ਹੀ ਕਰੂੰਗਾ। ਪਾਪਾ ਨੇ ਦਾਦੀ ਜੀ ਨਾਲ ਗੱਲ ਕੀਤੀ। ਦਾਦੀ ਜੀ ਨੇ ਮੇਰੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਪਾਪਾ ਮੇਰੇ ਸਾਹਮਣੇ ਨਹੀਂ ਆਉਂਦੇ ਸੀ। ਪਾਪਾ ਨੇ ਘਰ, ਪਲਾਟ, ਦੁਕਾਨ ਜੋ ਵੀ ਸੀ ਸਾਰਾ ਕੁਝ ਮੇਰੇ ਨਾਮ ਕਰ ਦਿੱਤਾ ਤੇ ਆਪ ਘਰੇ ਨਹੀਂ ਆਉਂਦੇ ਸੀ ਤੇ ਦੁਕਾਨ ਤੇ ਹੀ ਸੋ ਜਾਂਦੇ ਸੀ। ਮੇਰੇ ਕੋਲੋਂ ਇਹ ਵੀ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਪਾਪਾ ਦੁਕਾਨ ਤੇ ਰਹਿਣ। ਮੈਂ ਵੇਖਿਆ ਕਿ ਪਾਪਾ ਕਾਫੀ ਸੁਧਰ ਗਏ ਆ। ਮੈਂ ਦਾਦੀ ਹੱਥ ਸੁਨੇਹਾ ਭਿਜਵਾ ਦਿੱਤਾ ਕਿ ਪਾਪਾ ਘਰ ਆ ਕੇ ਰਹਿ ਸਕਦੇ ਆ। ਮੈਂ ਕੁਝ ਨਹੀਂ ਕਹੂੰਗੀ। ਮੈਂ ਸਟੱਡੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਐਡਮਿਸ਼ਨ ਕਰਵਾ ਲਈ ਤੇ ਉੱਥੇ ਪੀਜੀ 'ਚ ਰਹਿਣਾ ਸ਼ੁਰੂ ਕਰ ਦਿੱਤਾ। ਹਫ਼ਤੇ 15 ਦਿਨ ਬਾਅਦ ਆ ਕੇ ਘਰ ਗੇੜਾ ਮਾਰ ਜਾਂਦੀ ਸੀ। ਪਾਪਾ ਮੇਰਾ ਬਹੁਤ ਕਰਨ ਲੱਗ ਗਏ ਸੀ। ਅਗਰ ਮੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਸੀ ਤੇ ਮੇਰਾ ਕਹਿਣ ਤੋਂ ਪਹਿਲਾਂ ਹੀ ਲਿਆ ਕੇ ਦੇ ਦਿੰਦੇ ਸੀ। ਮੈਨੂੰ ਸਾਰੀ ਜ਼ਿੰਦਗੀ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ ਸੀ ਤੇ ਪਾਪਾ ਨਾਲ ਨਾਰਮਲ ਬਿਹੇਵ ਕਰਨ ਲੱਗ ਗਈ। ਅਜੇ ਗੱਲਾਂ ਕਰ ਹੀ ਰਹੀਆਂ ਸੀ ਕਿ ਸਿਮਰਨ ਉਸ ਦੀ ਮੰਮੀ ਦੀ ਕਾਲ ਆ ਗਈ ਕਿ ਤੇਰਾ ਵੀਰਾ ਸ਼ਹਿਰ ਆਇਆ ਹੋਇਆ, ਵਾਪਸੀ ਤੇ ਆਉਂਦੀ ਹੋਈ ਤੂੰ ਵੀ ਉਹਦੇ ਨਾਲ ਹੀ ਘਰ ਆ ਜਾਈਂ। ਸਿਮਰਨ ਨੇ ਸੰਦੀਪ ਨੂੰ ਕਿਹਾ, ਮੈਡਮ ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਵੇਖੇ ਹੋਏ ਨੇ। ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਇਸ ਸਮਿਆਂ 'ਚ ਵੀ ਗੁਜ਼ਰੇ ਹੋਵੋਗੇ। ਸੰਦੀਪ ਬੋਲੀ, ਇਹ ਤਾਂ ਕੁਝ ਵੀ ਨਹੀਂ ਆ। ਅਗਰ ਮੈਂ ਤੈਨੂੰ ਆਪਣੇ ਬਾਰੇ ਸਾਰਾ ਕੁਝ ਦੱਸ ਦੇਵਾਂ ਤਾਂ ਤੂੰ ਰੋਣ ਲੱਗ ਜਾਣਾ। ਜਿੰਨੇ ਦੁੱਖ ਮੈਂ ਹੁਣ ਤੱਕ ਵੇਖ ਚੁੱਕੀ ਹਾਂ, ਸ਼ਾਇਦ ਮੇਰੀ ਜ਼ਿੰਦਗੀ ਤੇ ਇੱਕ ਫਿਲਮ ਬਣ ਜਾਵੇ। ਦੋਸਤੋ, ਇਹ ਕਹਾਣੀ ਬਹੁਤ ਲੰਬੀ ਹੈ। ਅਜੇ ਇਹ ਕਹਾਣੀ ਖਤਮ ਨਹੀਂ ਹੋਈ। ਫਿਰ ਮਿਲਾਂਗੇ ਇਸ ਕਹਾਣੀ ਦੇ ਨਵੇਂ ਭਾਗ ਵਿੱਚ। ਧੰਨਵਾਦ।